कोई बच्चा आ रहा है मेरा गिलेबान फड़ रहा जी सानू हिस्सा दे दिओ ये कर दिओ वो कर दिओ। मैं पूछा जी हिस्सा काहदा लेना जी सानू पैदा करन दा जी सानू जम्मन दा। मेरा पूरा महल्ला भी इस चीज़ नू समझदा है जानदा जिस तरह उन्होंने मेरे नाल आके बदमाशी की ये जो है वो आपके नाम का जी घर आपके मतलब घर से बाहर जाने के बाद आपके बच्चों ने कोई आपसे रब्ता किया हो जैसे कि फ़ोन पे या बुलवाया हो किसी से पैगाम भिजवाया हो कि वाली साहब हमारे वापस आ जाए? जी नहीं जी किसी बच्चे ने मेरे नाल कोई राबता कोई फ़ोन नहीं किया। वीडियो देखने से पहले वेलकम पाकिस्तान को सब्सक्राइब करें, लाइक करें और शेयर करें। अस्सलाम वालेकुम नाजरीन, मैं हूँ आपकी मेज़बान रुखसाना नूर। आप देख रहे हैं वेलकम पाकिस्तान। कुछ अर्सा पहले शादरा टाउन में जो इतना है अफसोसनाक वाक़या पेश आया है, सगी औलाद ने अपने ही बाप को जान से मार देने की कोशिश की, जायदाद की खातिर अपने ही बाप को घर से निकाल दिया। आइए हम इनसे जानते हैं। अस्सलाम वालेकुम जी, आपका नाम? मोहम्मद शाहद। आपके कितने बच्चे हैं? 5 बच्चे ने मेरे। तो ये आपके सगे बच्चे हैं? हाँ जी सके बच्चे ने मेरे। इन्होंने जो आपके साथ ये सलूक किया, आपको घर से मतलब निकाला है और आपको जान से मार देने की कोशिश की है, जी इसके मतलब ਇਹਦੇ ਜੀ ਗੱਲ ਇਸ ਤਰ੍ਹਾਂ ਜੀ ਮੇਰੀ ਬੀਵੀ ਨੂੰ ਤਲਾਕ ਲਿੱਤਿਆਂ ਕੋਈ ਤਕਰੀਬਨ ਕੋਈ 13-14 ਸਾਲ ਗੁਜ਼ਰ ਗਏ ਨੇ। ਉਸ ਵੇਲੇ ਮੈਂ ਕੋਸ਼ਿਸ਼ ਬੜੀ ਕੀਤੀ ਕਿ ਤਲਾਕ ਨਹੀਂ ਹੋਣੀ ਚਾਹੀਦੀ, 5 ਬੱਚੇ ਨੇ, ਲੇਕਿਨ ਮੇਰੇ ਸਮਝਾਉਣ ਦੇ ਬਾਵਜੂਦ ਮਰਜ਼ੀ ਉਹਨਾਂ ਨੇ ਆਪਣੀ ਕੀਤੀ ਔਰ ਤਲਾਕ ਲਈ। ਮੈਂ ਵਕੀਲ ਕੀਤਾ, ਕੋਸ਼ਿਸ਼ ਬੜੀ ਕੀਤੀ। ਆਖਰੀ ਟਾਈਮ 'ਚ ਜੱਜ ਨੇ ਸਵਾਲ ਕੀਤਾ ਕਿ ਤੂੰ ਤਲਾਕ ਲੈ ਰਹੀ ਹੈ ਬੀਬੀ, ਹੈ ਬੱਚਿਆਂ ਦਾ ਕੀ ਕਰਨਾ ਜੀ, 5 ਬੱਚੇ ਨੇ ਤੇਰੇ। ਜੀ ਕਹਿਣ ਲੱਗੀ ਜੀ ਬਾਂਦਰੀ ਦੇ ਪੈਰ ਸੜੇ ਸਨ ਤੇ ਉਹਨੇ ਬੱਚੇ ਥੱਲੇ ਲੈ ਕੇ ਮਾਰ ਦਿੱਤੇ ਸਨ। ਉਹਨੂੰ ਜ਼ਿੰਦਗੀ ਪਿਆਰੀ ਸੀ, ਮੈਨੂੰ ਜ਼ਿੰਦਗੀ ਪਿਆਰੀ ਹੈ, ਬੱਚੇ ਨਹੀਂ ਚਾਹੀਦੇ। ਉਹ ਬੱਚੇ ਮੈਂ ਪਾਲੇ ਨੇ, ਜਵਾਨ ਕੀਤੇ ਨੇ। ਵੱਡਾ ਬੱਚਾ ਮੇਰਾ ਜਿਸਲੇ ਕੋਈ ਤਕਰੀਬਨ 20 ਸਾਲ ਦੀ ਉਮਰ ਦਾ ਹੋਇਆ ਤੇ ਕਿਸ ਤਰ੍ਹਾਂ ਗਿਆ ਮਾਂ ਕੋਲ, ਮੈਨੂੰ ਮੇਰੇ ਇਲਮ 'ਚ ਨਹੀਂ ਗੱਲਬਾਤ ਹੈਗੀ। ਜਿਸਲੇ ਮੈਨੂੰ ਪਤਾ ਚੱਲਿਆ ਕਿ ਮਾਂ ਕੋਲ ਜਾਂਦਾ ਹੈ, ਮੈਂ ਮਨਾ ਕੀਤਾ। ਮੈਂ ਕਿਹਾ ਮੇਰੀ ਇਜਾਜ਼ਤ ਨਾਲ ਜਾ, ਠੀਕ ਹੈ ਤੁਹਾਡੀ ਮਾਂ ਹੈ, ਮੇਰੀ ਇਜਾਜ਼ਤ ਨਾਲ ਜਾ, 1 ਦਿਨ ਰਹਿ 2 ਦਿਨ ਰਹਿ ਤੇ ਵਾਪਸ ਆ ਜਾ, ਮੈਂ ਮਨਾ ਨਹੀਂ ਕਰਦਾ। ਲੇਕਿਨ ਉਹ ਜਾਂਦਾ ਹੈ, ਮਹੀਨਾ ਰਹਿੰਦਾ ਹੈ। ਅਖੀਰ ਮੇਰੇ ਸਮਝਾਉਂਦੇ ਦੇ ਬਾਵਜੂਦ ਉਹ ਰਹਿ ਹੀ ਉਹਦੇ ਕੋਲ ਗਿਆ। ਕਦੀ 6 ਮਹੀਨੇ ਬਾਅਦ ਆਣਾ ਤੇ ਮੇਰੇ ਨਾਲ ਆ ਕੇ ਪੁੱਠੀਆਂ ਸਿੱਧੀਆਂ ਹਰਕਤਾਂ ਗੱਲਾਂ ਕਰਨੀਆਂ। ਫਿਰ ਕੀ ਹੋਇਆ ਕਿ ਉਹਨੇ ਦੂਸਰੇ ਜਿਹੜੇ ਬੱਚੇ ਨੇ ਮੇਰੇ, ਉਹਨਾਂ ਨੂੰ ਵੀ ਉਹਨੇ ਖਰਾਬ ਕੀਤਾ ਕਿ ਅੱਬੂ ਸਾਡਾ ਪਤਾ ਨਹੀਂ ਕੀ ਕਰਦਾ ਹੈ ਕੀ ਨਹੀਂ, ਇਮਾਨ ਨਾਲ ਵੀ ਜ਼ਿਆਦਤੀਆਂ ਕਰਦਾ ਰਿਹਾ, ਇਹ ਠੀਕ ਨਹੀਂ ਹੈ ਜੇ ਉਹ। ਉਹਨਾਂ ਨੂੰ ਕੀ ਭੜਕਾਇਆ, ਕੀ ਇਹਨੇ ਕਿਹਾ। ਦੂਸਰੇ ਬੱਚੇ ਵੀ ਵਰਗਰਾ ਕੇ ਨਾ ਉਹ ਵੀ ਲੈ ਗਿਆ। ਹੁਣ ਉਧਰੋਂ ਕੀ ਮਾਂ ਨੂੰ ਕੋਈ ਸ਼ਰਮ ਮਿਲਦੀ ਏ, ਕੋਈ ਬੱਚਾ ਆ ਰਿਹਾ ਮੇਰਾ ਗਿਲੇਬਾਨ ਫੜ ਰਿਹਾ ਜੀ ਸਾਨੂ ਹਿੱਸਾ ਦੇ ਦਿਓ, ਇਹ ਕਰ ਦਿਓ ਉਹ ਕਰ ਦਿਓ। ਮੈਂ ਪੁੱਛਿਆ ਜੀ ਹਿੱਸਾ ਕਾਹਦਾ ਲੈਣਾ ਜੀ ਸਾਨੂੰ ਪੈਦਾ ਕਰਨ ਦਾ ਜੀ ਸਾਨੂੰ ਜੰਮਣ ਦਾ। ਮੇਰਾ ਪੂਰਾ ਮਹੱਲਾ ਵੀ ਇਸ ਚੀਜ਼ ਨੂੰ ਸਮਝਦਾ ਹੈ ਜਾਣਦਾ ਜਿਸ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਆ ਕੇ ਬਦਮਾਸ਼ੀ ਕੀਤੀ ਹੈ। ਮਾਂ ਦੀ ਸ਼ਰਤ ਉਹ ਮੈਨੂੰ ਬਿਲਕੁਲ ਮਾਰ ਦੇਣ ਦਾ ਉਹਨਾਂ ਨੇ ਪੂਰਾ ਪ੍ਰੋਗਰਾਮ ਬਣਾਇਆ ਸੀ। 2-3 ਮੇਰੇ ਤੇ ਉਹਨਾਂ ਨੇ ਹਮਲੇ ਕੀਤੇ ਨੇ। ਵਧੀ ਮੈਂ ਬਚ ਗਿਆ, ਅੱਲਾਹ ਪਾਕ ਨੇ ਮੇਰੀ ਜ਼ਿੰਦਗੀ ਅਜੇ ਵਧਾਈ ਹੈ। ਇੱਕ ਹਮਲਾ ਤੇ ਜੀ ਉਹਨਾਂ ਨੇ ਐਸਾ ਮੇਰੇ ਨਾਲ ਕੀਤਾ ਹੈ ਕਿ ਬਿਲਕੁਲ ਮੇਰਾ ਐਂਡ ਸੀ ਉੱਥੇ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। आपने पुलिस से कोई रब्ता नहीं किया? ਜੀ ਬਿਲਕੁਲ ਕੀਤਾ ਜੀ। ਮੈਂ ਥਾਣੇ ਤੱਕ ਗਿਆ ਵਾਂ, ਵੱਡੇ ਅਫਸਰਾਂ ਕੋਲ ਗਿਆ ਵਾਂ। ਮੈਨੂੰ ਤਸੱਲੀ ਬੜੀ ਦੇ ਦਿੰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਮੈਂ ਸੱਚਾ ਵਾਂ। ਇਸ ਦੇ ਬਾਵਜੂਦ ਕਰਦੇ ਕੁਛ ਨਹੀਂ ਪਏ। ਮੈਂ ਹਾਰ ਥੱਕ ਕੇ ਮਤਲਬ ਕਿ ਫਿਰ ਆ ਜਾਂਦਾ ਵਾਂ, ਥੱਕ ਨਹੀਂ ਮਤਲਬ ਕਿ ਮੇਰੀ ਕੋਈ। तो घर ये जो है वो आपके नाम का? ਜੀ ਘਰ ਮੇਰਾ ਹੈ, ਮੇਰੇ ਨਾਲ ਰਜਿਸਟਰੀ ਇੰਤਕਾਲ, ਮਾਲਕ ਉਸ ਘਰ ਦਾ ਮੈਂ ਵਾਂ। ਔਰ ਦੇਖੋ ਕਿ ਮੈਂ ਐਡੇ ਵੱਡੇ ਘਰ ਦਾ ਮਾਲਕ ਹੋਣ ਦੇ ਬਾਵਜੂਦ ਕਿਧਰੇ ਗੈਰ ਜੇ ਇਲਾਕੇ ਦੇ ਵਿੱਚ ਇੱਕ ਛੋਟੀ ਜਿਹੀ ਬੈਠਕ ਕਿਰਾਏ ਤੇ ਲਿੱਤੀ ਹੈ। ਥਾਣੇ 'ਚ ਲਿਖ ਲਹਾ ਹੋਇਆ ਹੈ, ਸਬੂਤ ਮੇਰੇ ਕੋਲ ਨੇ। ये जो आप जिस जगह पे बैठे हो, ये बैठक आपने किराए की है? ਕਿਰਾਏ ਦੀ ਇਹ ਬੈਠਕ ਮੇਰੀ ਕਿਰਾਏ ਦੀ ਹੈ ਜੀ। ਤੇ ਗੱਲ ਹੈ ਵੀ ਕਿ ਉਹ ਮਕਾਨ ਮੇਰਾ ਆਪਣਾ ਹੈ। ਉਹ ਦੇਖੋ ਕਿ ਮੈਂ ਵੱਡੇ ਬੇਟੇ ਨੂੰ ਆਗ ਕੀਤਾ ਅੱਜ ਤੋਂ ਕੋਈ 3.5-4 ਸਾਲ ਪਹਿਲੇ। तो आपके पास प्रूफ है कि आपने बच्चों को आग किया? ਹਾਂਜੀ ਬਿਲकुल, ਆਗਨਾਮਾ ਮੇਰੇ ਕੋਲ ਹੈ, ਅਖਬਾਰ ਮੇਰੇ ਕੋਲ ਹੈ। ਇਸ ਦੇ ਬਾਵਜੂਦ ਉਹ ਬੱਚਾ ਮੇਰਾ ਮੇਰੇ ਘਰ ਬੈਠਾ ਹੈ। ਉਸ ਤੋਂ ਬਾਅਦ ਜਿਸਲੇ 4 ਬੱਚੇ ਤੇ 5ਵਾਂ ਉਹ ਇਹਨਾਂ ਨੇ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਫਿਰ ਉਹ ਮੈਂ ਬਚ ਗਿਆ, ਅੱਲਾਹ ਤਾਲਾ ਦੀ ਵਧਾਈ ਸੀ।
ਉਸ ਤੋਂ ਬਾਅਦ ਮੈਂ ਉਹ ਬੱਚਿਆਂ ਨੂੰ ਵੀ ਅਖਬਾਰ 'ਚ ਦੇ ਦਿੱਤਾ ਹੈ, ਆਗ ਕਰ ਦਿੱਤਾ ਹੈ, ਅਖਬਾਰ ਮੇਰੇ ਕੋਲ ਮੌਜੂਦ ਹੈ। अच्छा, घर आपके नाम का है और बच्चों को आपने आ कर दिया हुआ है, हाँ जी। ठीक है, और लेकिन काबिज वो हैं। ਕਾਬਜ਼ ਉਹ ਪੂਰੀ ਬਦਮਾਸ਼ੀ ਕਰਕੇ ਉੱਥੇ ਬੈਠੇ ਨੇ ਤੇ ਮੈਨੂੰ ਬਾਹਰ ਵੀ ਉਹਨਾਂ ਨੇ ਮਰਵਾਉਣ ਦੀ ਕੋਸ਼ਿਸ਼ ਕੀਤੀ। ਇੱਕ ਦੋ ਹਮਲੇ ਮੇਰੇ ਤੇ ਬਾਹਰ ਹੋਏ ਨੇ, ਇੱਕ ਹਮਲਾ ਘਰ ਦੇ ਵਿੱਚ ਬੜਾ ਸ਼ਦੀਦ ਮੇਰੇ ਤੇ ਉਹਨਾਂ ਨੇ ਕੀਤਾ। ਕਮਰੇ ਅੰਦਰ ਮੈਨੂੰ ਲੁਟਾਇਆ ਗਿਆ, ਅੰਦਰੋਂ ਕੁੰਡੀਆਂ ਮਾਰੀਆਂ ਗਈਆਂ ਤੇ ਮੇਰਾ ਸ਼ੋਰ ਪਾਉਣ ਦੇ ਮੇਰੇ ਮਹੱਲੇਦਾਰ ਇਕੱਠੇ ਹੋ ਗਏ ਸਾਰੇ, ਤੇ ਮੇਰੀ ਯਾਨੀ ਕਿ ਜਾਨ ਉਹਨਾਂ ਨੇ ਛੁਡਾਈ। आपके कितने बेटे हैं और कितनी बेटियां? 3 ਬੇਟੇ ਨੇ 2 ਬੇਟੀਆਂ ਨੇ, ਲੇਕਿਨ ਮੈਂ आपकी- ਅਗਰ ਬੇਟਾ ਜਾਂ ਬੇਟੀਆਂ ਕਹਿਣ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਉਹਨਾਂ ਨੂੰ ਹੈ ਹੀ ਨਹੀਂ ਮੇਰੇ। हालांकि बेटियां तो बाप की बड़ी प्यारी होती हैं, तो उन्होंने भी आपके साथ ऐसा सलूक ਹਾਂਜੀ, किया? ਉਹਨਾਂ ਨੇ ਵੀ ਮੇਰੇ ਨਾਲ ਬਹੁਤ ਹੀ ਗਲਤ ਸਲੂਕ ਕੀਤਾ। तो आप कुछ कहना चाहेंगे? आप वज़ीर आला से, कुछ आप कहना चाहते हैं आपकी दादी से? ਜੀ ਬਿਲਕੁਲ, ਮੈਂ ਜੀ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਜੀ ਦੇਖੋ ਕਿ ਬਹੁਤ ਮੁਸ਼ਕਿਲ ਚ ਪਏਗਾ ਔਰ ਮੈਨੂੰ ਇਨਸਾਫ ਦਿਲਾਇਆ ਜਾਏ। ਉਸ ਘਰ ਦਾ ਮਾਲਕ ਮੈਂ ਵਾਂ, ਮੈਨੂੰ ਉਹ ਮਕਾਨ ਦਿਲਾਇਆ ਜਾਏ। ਬਾਕੀ ਜਿਹੜੇ ਬੱਚੇ ਨੇ ਬੱਚੀਆਂ, ਮੈਂ ਇਹਨਾਂ ਨੂੰ ਆਪਣਾ ਬੱਚੇ ਬੱਚੀਆਂ ਕਹਿਣ ਲੱਗੇ ਮੈਨੂੰ ਸ਼ਰਮ ਆਉਂਦੀ ਹੈ ਕਿ ਉਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਯਾਨੀ ਕਿ ਸਲੂਕ ਵਰਤਿਆ ਹੈ। ਮੈਨੂੰ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਹੈ ਔਰ ਮੈਂ ਬਹੁਤ ਦੁਖੀ ਹਾਂ। ਬਾਹਰ ਮੈਂ ਦਰ ਬਦਰ ਫਿਰਨਾ ਪਿਆ ਵਾਂ। ਹਾਂ, ਅਗਰ ਮੇਰੇ ਨਾਲ ਕੋਈ ਸਾਥ ਵੀ ਦਿੰਦਾ, ਦੇਖੋ ਕਿ ਮੇਰਾ ਖਾਲਾਜ਼ਾਦ ਭਾਈ ਉਹਨੇ ਮੇਰਾ ਸਾਥ ਦਿੱਤਾ ਹੈ ਔਰ ਮੇਰੇ ਬੱਚਿਆਂ ਨੇ ਫੋਨ ਤੇ ਉਹਨਾਂ ਨੂੰ ਧਮਕੀਆਂ ਕਰਾਈਆਂ ਨੇ। ਅਗਰ ਕਿ ਸਾਡੇ ਘਰ ਦਾ ਮਾਮਲਾ ਹੈ, ਅਗਰ ਸਾਡੇ ਬਾਪ ਨਾਲ ਤੁਸੀਂ ਸਾਥ ਦਿੱਤਾ ਤਾਂ ਤੁਹਾਨੂੰ ਇੰਜ ਕਰ ਦਿਆਂਗੇ। ਉਹ ਡਰ ਕੇ ਪਿੱਛੇ ਹਟ ਗਏ। आपके मतलब घर से बाहर जाने के बाद आपके बच्चों ने कोई आपसे रब्ता किया हो, जैसे कि फ़ोन पे या बुलवाया हो, किसी से पैगाम भिजवाया हो कि वालिद साहब हमारे वापस आ जाए? ਜੀ ਨਹੀਂ ਜੀ, ਕਿਸੇ ਬੱਚੇ ਨੇ ਮੇਰੇ ਨਾਲ ਕੋਈ ਰਾਬਤਾ, ਕੋਈ ਫੋਨ ਨਹੀਂ ਕੀਤਾ। ਲੇਕਿਨ ਇਹ ਹੈ ਵੇ ਕਿ ਬਾਹਰ ਵੀ 1-2 ਦਫਾ ਧਮਕੀਆਂ ਮੈਨੂੰ ਉਹਨਾਂ ਨੇ ਦਿੱਤੀਆਂ ਨੇ। ਹਾਂਜੀ, ਕਿਸੇ ਹੋਰ ਦੇ ਥਰੂ ਜੀ, ਮਤਲਬ ਕਿ ਸਿੱਧਾ ਮੈਨੂੰ ਧਮਕਾਇਆ ਗਿਆ ਕਿ ਗੋਲੀ ਬਾਹਰ ਵੀ ਵੱਜ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਧਮਕੀਆਂ ਜ਼ਰੂਰ ਮੈਨੂੰ ਦਿੱਤੀਆਂ, ਲੇਕਿਨ ਨਾ ਕੋਈ ਮੈਨੂੰ ਫੋਨ ਕੀਤਾ, ਨਾ ਕੋਈ ਮੈਨੂੰ ਮਨਾਉਣ ਆਇਆ, ਕੋਈ ਐਸੀ ਗੱਲ ਨਹੀਂ ਹੈ। ਮੇਰੀ ਗੱਲ ਸਿੱਧੀ ਹੈ ਕਿ ਇਸ ਟਾਈਮ ਉਹਨਾਂ ਨੂੰ ਅੱਬੂ ਨਹੀਂ ਚਾਹੀਦਾ, ਅੱਬੂ ਦੀ ਜਾਇਦਾਦ ਚਾਹੀਦੀ ਹੈ। ਬਸ ਮੈਨੂੰ ਤਾਂ ਫਰਕ ਕਰ ਰਹੇ ਨੇ ਸਿੱਧਾ, ਆਪਣੇ ਵੱਲੋਂ ਉਹਨਾਂ ਮੇਰਾ ਕੰਮ ਤਮਾਮ ਕਰ ਦਿੱਤਾ ਸੀ। ਇਹ ਵਧੀ ਬਚ ਗਿਆ, ਅੱਲਾਹ ਪਾਕ ਰੱਖ ਗਿਆ। जी नाजरीन, ये रशीद साहब की आपने बातें सुनी। सगी औलाद ने इनके साथ कैसा सलूक किया है। इनको ये घर से बाहर हैं और एक ये बैठक आप देख रहे हैं जहाँ पे ये रह रहे हैं और वो बच्चे इनके मकान पर काबिज हैं। और ये अपनी बात CCP गुलाम महमूद डोगर से और वज़ीर आला उस्मान मज़ार से इनकी अपील है कि इनको घर दिलवाया जाए और ये अपने घर में रैश पजीर हों। इसके साथ ही अपनी मेज़बान रुखसाना नूर को इजाज़त दीजिएगा और देखते रहें वेलकम।